Good morning, dear students. Today we will read the lesson The Farmhouse Cows. Before reading this lesson, we will go through the word meaning given in the lesson. Here are the word meaning in the lesson. ਫਸਟ ਐਪਰੀਸ਼ੀਏਟ, ਜਿਸ ਦਾ ਮਤਲਬ ਹੁੰਦਾ ਹੈ ਪ੍ਰਸ਼ੰਸਾ ਕਰਨਾ। ਲੋਫ, ਡਬਲ ਰੋਟੀ। ਲੰਪ, ਕਿਸੇ ਵੀ ਵਸਤੂ ਦਾ ਕੋਈ ਵੱਡਾ ਹਿੱਸਾ ਹੁੰਦਾ ਹੈ। ਬਿਗ ਸ਼ੇਅਰ ਹੁੰਦਾ ਹੈ, ਉਹਨੂੰ ਅਸੀਂ ਲੰਪ ਕਹਿੰਦੇ ਹਾਂ। ਕ੍ਰੀਏਚਰ, ਜੀਵ ਜੰਤੂ ਜਿਸ ਵਿੱਚ ਜਾਨ ਹੁੰਦੀ ਹੈ। ਮੂਵਿੰਗ, ਜਿਵੇਂ ਅਸੀਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੇ ਹਾਂ, ਉਸਨੂੰ ਮੂਵੀ ਕਹਿੰਦੇ ਹਾਂ। ਚੀਜ਼, ਪਨੀਰ ਜੋ ਕਿ ਦੁੱਧ ਤੋਂ ਤਿਆਰ ਹੁੰਦਾ ਹੈ। ਡਿਲੀਸ਼ੀਅਸ, ਜੋ ਕਾਫੀ ਟੇਸਟੀ ਹੁੰਦਾ, ਸਵਾਦੀ ਹੁੰਦਾ ਹੈ। ਅੰਡਰਨੀਥ, ਜੋ ਕਿਸੇ ਵਸਤੂ ਦੇ ਹੇਠਾਂ ਹੁੰਦੀ ਹੈ, ਥੱਲੇ ਹੁੰਦੀ ਹੈ, ਉਸਨੂੰ ਆਪਾਂ ਅੰਡਰਨੀਥ ਕਹਿੰਦੇ ਹਾਂ। ਨਾਓ ਵੀ ਰੀਡ ਦ ਲੈਸਨ। ਰਜਿੰਦਰ ਵਾਜ਼ ਵੈਰੀ ਹੈਪੀ। ਰਜਿੰਦਰ ਬਹੁਤ खुश सी that his parents had bought a farm in a village ਕਿ ਉਸਦੇ ਮਾਤਾ ਪਿਤਾ ਨੇ ਪਿੰਡ ਵਿੱਚ ਇੱਕ ਖੇਤ ਖਰੀਦਿਆ ਹੈ। where they were moving from a city, ਹੁਣ ਉਹ ਉੱਥੇ ਸ਼ਹਿਰ ਤੋਂ ਪਿੰਡ ਵੱਲ ਜਾ ਰਹੇ ਸਨ। it was so different, ਇਹ ਇੱਕ ਬਹੁਤ ਅਲੱਗ ਗੱਲ ਸੀ। There were small green lanes instead of busy street, ਉੱਥੇ ਦੀਆਂ ਭੀੜ ਭਾੜ ਸੜਕਾਂ ਦੀ ਬਜਾਏ ਪਿੰਡ ਵਿੱਚ ਛੋਟੇ ਛੋਟੇ ਘਾਹ ਭਰੇ ਲਾਂਘੇ ਸਨ। Big trees instead of tall buildings and lot of animals and birds, ਲੰਬੀਆਂ ਇਮਾਰਤਾਂ ਦੇ ਮੁਕਾਬਲੇ ਉੱਥੇ ਵੱਡੇ ਵੱਡੇ ਦਰਖਤ ਸਨ, ਬਹੁਤ ਸਾਰੇ ਪਸ਼ੂ ਸਨ। ਅਤੇ ਰਜਿੰਦਰ ਕਾਊਂਟਡ ਦਾ ਐਨੀਮਲਸ ਐਂਡ ਸੈਡ ਟੂ ਹਿਜ਼ ਮਦਰ, ਰਜਿੰਦਰ ਨੇ ਪਸ਼ੂਆਂ ਨੂੰ ਗਿਣਿਆ ਅਤੇ ਆਪਣੀ ਮਾਤਾ ਨੂੰ ਕਿਹਾ, ਦੇਅਰ ਆਰ 32 goats in the fields and 6 little kids, mom, ਮੰਮੀ ਖੇਤਾਂ ਵਿੱਚ 32 ਬੱਕਰੀਆਂ ਅਤੇ ਉਹਨਾਂ ਦੇ 6 ਛੋਟੇ ਛੋਟੇ ਮੇਮਣੇ ਹਨ। ਰਜਿੰਦਰ ਟੂ ਹਿਜ਼ ਮਦਰ, ਐਂਡ ਦੇਅਰ ਆਰ 9 horses ਐਟ ਦ ਫਾਰਮ, ਅਤੇ ਖੇਤ ਵਿੱਚ 9 ਘੋੜੇ ਹਨ। ਐਂਡ ਆਈ ਸੋ 2 rabbits this morning, ਅਤੇ ਅੱਜ ਸੁਬਾਹ ਮੈਂ 2 ਖਰਗੋਸ਼ ਵੀ ਵੇਖੇ ਸਨ। ਐਂਡ ਅਬਾਊਟ 12 ducks, ਅਤੇ ਤਕਰੀਬਨ 12 ਬੱਤਖਾਂ ਵੀ ਵੇਖੀਆਂ ਸਨ। I could not count them properly because they would not stay still in one place, ਮੈਂ ਉਹਨਾਂ ਨੂੰ ਨਹੀਂ ਗਿਣ ਸਕਿਆ ਕਿਉਂਕਿ ਉਹ ਇੱਕ ਜਗ੍ਹਾ 'ਤੇ ਸ਼ਾਂਤੀ ਨਾਲ ਟਿਕ ਕੇ ਨਹੀਂ ਬੈਠਦੀਆਂ। The hens would also not stay still, ਅਤੇ ਮੁਰਗੀਆਂ ਵੀ ਸ਼ਾਂਤੀ ਨਾਲ ਟਿਕ ਕੇ ਨਹੀਂ ਬੈਠਦੀਆਂ। What about the cows? said his mother, ਉਸਦੀ ਮਾਤਾ ਨੇ ਪੁੱਛਿਆ, ਗਾਵਾਂ ਬਾਰੇ ਕੀ ਵਿਚਾਰ ਹੈ? Have you counted those? ਕੀ ਤੂੰ ਉਹਨਾਂ ਨੂੰ ਗਿਣਿਆ? I do not like cows, said ਰਜਿੰਦਰ, ਰਜਿੰਦਰ ਨੇ ਕਿਹਾ, ਮੈਨੂੰ ਗਾਵਾਂ ਪਸੰਦ ਨਹੀਂ ਹਨ। They have big horns, ਉਹਨਾਂ ਦੇ ਵੱਡੇ ਵੱਡੇ ਸਿੰਗ ਹੁੰਦੇ ਹਨ। And they roar at me, ਅਤੇ ਉਹ ਮੇਰੇ ਉੱਤੇ ਦਹਾੜਦੀਆਂ ਹਨ। Oh no, said his mother, ਉਸਦੀ ਮਾਤਾ ਨੇ ਕਿਹਾ, ਨਹੀਂ। Lion roar, ਸ਼ੇਰ ਦਹਾੜਦੇ ਹਨ। Cows only ਗਾਵਾਂ ਤਾਂ
ਮਾਂ ਕਰਦੀਆਂ ਹਨ। ਵੈਲ ਇਟ ਸਾਊਂਡਸ ਜਸਟ ਲਾਈਕ ਲਾਇਨਸ ਟੂ ਮੀ। ਪਰ ਮੈਨੂੰ ਤਾਂ ਉਹ ਸ਼ੇਰ ਹੀ ਵਾਂਗ ਪ੍ਰਤੀਤ ਹੁੰਦੀਆਂ ਹਨ, ਸੈਟ ਰਜਿੰਦਰ। ਰਜਿੰਦਰ ਨੇ ਕਿਹਾ, ਆਈ ਡੋਂਟ ਲਾਈਕ ਦ ਕਾਊਜ਼ ਐਟ ਆਲ। ਮੈਨੂੰ ਤਾਂ ਗਾਵਾਂ ਬਿਲਕੁਲ ਪਸੰਦ ਨਹੀਂ ਹਨ। ਦੇ ਆਰ ਬੈਡ। ਉਹ ਬੁਰੀ ਹੁੰਦੀਆਂ ਹਨ। ਨੋ ਦੇ ਆਰ ਵੈਰੀ ਗੁੱਡ ਫਰੈਂਡਸ। ਨਹੀਂ, ਉਹ ਚੰਗੇ ਦੋਸਤ ਹੁੰਦੀਆਂ ਹਨ। ਦੇ ਗਿਵ ਅਸ ਡਿਲੀਸ਼ੀਅਸ ਗਿਫਟਸ। ਉਹ ਸਾਨੂੰ ਸਵਾਦੀ ਤੋਹਫੇ ਪ੍ਰਦਾਨ ਕਰਦੀਆਂ ਹਨ, ਸੈਟ ਮਦਰ। ਮਾਤਾ ਨੇ ਕਿਹਾ, ਸ਼ੀ ਟੁੱਕ ਡਾਊਨ ਅ ਜੱਗ ਆਫ ਮਿਲਕ। ਉਸਨੇ ਦੁੱਧ ਦਾ ਇੱਕ ਜੱਗ ਹੇਠਾਂ ਉਤਾਰਿਆ। ਸ਼ੀ ਪੋਰਡ ਇਟ ਇਨਟੂ ਅ ਮੱਗ। ਅਤੇ ਇਸ ਦੁੱਧ ਨੂੰ ਮੱਗ ਵਿੱਚ ਪਾਇਆ। ਐਂਡ ਗੇਵ ਇਟ ਟੂ ਰਜਿੰਦਰ। ਅਤੇ ਇਹ ਮੱਗ ਰਜਿੰਦਰ ਨੂੰ ਦੇ ਦਿੱਤਾ। ਹੀ ਡਰੈਂਕ ਇਟ। ਅਤੇ ਉਸਨੇ ਇਸ ਨੂੰ ਪੀ ਲਿਆ। So did that come from the cow? he asked. ਉਸਨੇ ਪੁੱਛਿਆ, ਕੀ ਇਹ ਵੀ ਗਾਂ ਤੋਂ ਮਿਲਿਆ ਹੈ? Mother nodded. ਮਾਂ ਨੇ ਹਾਂ ਵਿੱਚ ਸਿਰ ਹਿਲਾਇਆ। Well, it was simply delicious. ਇਹ ਸਾਧਾਰਨ ਤੌਰ 'ਤੇ ਸਵਾਦ ਸੀ। At lunch time, ਖਾਣੇ ਦੇ ਵਕਤ, mother put down a dish of sweetened apples for Rajinder. ਮਾਤਾ ਨੇ ਚੁਕੰਦਰ ਦੀ ਸਬਜ਼ੀ ਰਜਿੰਦਰ ਲਈ ਪੇਸ਼ ਕੀਤੀ। He looked around for the custard that mother usually made for him with this dish. ਮਾਤਾ ਆਮ ਤੌਰ 'ਤੇ ਇਸ ਡਿਸ਼ ਨਾਲ ਕਸਟਰਡ ਬਣਾਇਆ ਕਰਦੀ ਸੀ। ਰਜਿੰਦਰ ਉਸ ਕਸਟਰਡ ਨੂੰ ਇੱਧਰ ਉੱਧਰ ਦੇਖਣ ਲੱਗਾ। There was none. ਪਰ ਉਹ ਉੱਥੇ ਨਹੀਂ ਸੀ। The cow has sent you this gift instead, said mother. ਮਾਂ ਨੇ ਕਿਹਾ, ਗਊ ਨੇ ਤੇਰੇ ਵਾਸਤੇ ਉਸ ਦੀ ਬਜਾਏ ਇਹ ਤੋਹਫਾ ਦਿੱਤਾ ਹੈ। She gave Rajinder a little jug full of thick cream. ਉਸ ਨੇ ਰਜਿੰਦਰ ਨੂੰ ਇੱਕ ਗਾੜੀ ਕਰੀਮ ਦਾ ਭਰਿਆ ਹੋਇਆ ਜੱਗ ਦਿੱਤਾ। How lovely it was. ਇਹ ਕਿੰਨਾ ਸੁਆਦੀ ਹੈ। Rajinder poured it all over his apples. ਰਜਿੰਦਰ ਨੇ ਇਸ ਨੂੰ ਆਪਣੀ ਸਾਰੀ ਸਬਜ਼ੀ ਉੱਤੇ ਪਾ ਦਿੱਤਾ। They tasted much nicer than usual. ਇਹ ਆਮ ਨਾਲੋਂ ਜ਼ਿਆਦਾ ਸਵਾਦ ਲੱਗ ਰਹੇ ਸਨ। So that comes from the cow too. ਕੀ ਇਹ ਵੀ ਗਾਂ ਤੋਂ ਪ੍ਰਾਪਤ ਹੋਏ ਹਨ? said the little boy. Well, it must be a very kind animal. ਛੋਟੇ ਬੱਚੇ ਨੇ ਕਿਹਾ, ਫਿਰ ਤਾਂ ਗਾਂ ਇੱਕ ਪਾਲਤੂ ਦਿਆਲੂ ਪਸ਼ੂ ਹੈ। Yes, it is. ਹਾਂ, ਇਹ ਹੈ। All these things are made of cow milk. ਇਹ ਸਾਰੀਆਂ ਵਸਤੂਆਂ ਗਾਂ ਦੇ ਦੁੱਧ ਤੋਂ ਬਣੀਆਂ ਹਨ, said mother. ਮਾਂ ਨੇ ਕਿਹਾ। Rajinder was surprised to know that cows give so much milk that his mother could make so many things out of it. ਰਜਿੰਦਰ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਗਾਂ ਇੰਨਾ ਸਾਰਾ ਦੁੱਧ ਦਿੰਦੀ ਹੈ ਕਿ ਉਸ ਦੀ ਮਾਤਾ ਉਸ ਤੋਂ ਬਹੁਤ ਸਾਰੀਆਂ ਚੀਜ਼ਾਂ ਬਣਾ ਲੈਂਦੀ ਹੈ। ਐਟ ਟੀ ਟਾਈਮ, ਜਦੋਂ ਚਾਹ ਦਾ ਵੇਲਾ ਹੋਇਆ, ਮਦਰ ਸਰਵਡ ਅ ਲੋਫ ਆਫ ਬ੍ਰੈਡ ਔਨ ਦ ਟੇਬਲ ਵਿਦ ਹੋਮ ਮੇਡ ਜੈਮ। ਮਾਤਾ ਨੇ ਮੇਜ਼ ਉੱਤੇ ਇੱਕ ਡਬਲ ਰੋਟੀ ਅਤੇ ਘਰ ਦਾ ਬਣਿਆ ਹੋਇਆ ਜੈਮ ਰੱਖ ਦਿੱਤਾ। ਯੂਜ਼ਲੀ, ਆਮ ਤੌਰ 'ਤੇ ਦੇਰ ਵਾਰ ਸਲਾਈਸਿਸ ਆਫ ਬ੍ਰੈਡ ਐਂਡ ਬਟਰ। ਆਮ ਤੌਰ 'ਤੇ ਬ੍ਰੈਡ ਦੇ ਸਲਾਈਸਿਸ ਅਤੇ ਮੱਖਣ ਹੋਇਆ ਕਰਦਾ ਸੀ। ਲੁੱਕ ਰਜਿੰਦਰ। ਰਜਿੰਦਰ ਦੇਖੋ। ਦ ਕਾਓ ਹੈਜ਼ ਸੈਂਟ ਮੀ ਅ ਪ੍ਰੈਜ਼ੈਂਟ ਟੂ। ਗਾਂ ਨੇ ਮੈਨੂੰ ਵੀ ਇੱਕ ਤੋਹਫਾ ਦਿੱਤਾ ਹੈ। ਮਦਰ ਲਿਫਟਿਡ ਅਪ ਦ ਲਿਡ ਆਫ ਦ ਚੀਜ਼ ਡਿਸ਼। ਮਾਂ ਨੇ ਪਨੀਰ ਤੋਂ ਬਣੇ ਹੋਏ ਡਿਸ਼ ਦਾ ਢੱਕਣ ਖੋਲ੍ਹਿਆ। ਐਂਡ ਅੰਡਰਨੀਥ ਰਜਿੰਦਰ ਸੋ ਅ ਬਿਗ ਲੰਪ ਆਫ ਹੋਮ ਮੇਡ ਚੀਜ਼। ਅਤੇ ਰਜਿੰਦਰ ਨੇ ਉਸ ਦੇ ਥੱਲੇ ਦੇਖਿਆ ਕਿ ਘਰ ਦਾ ਬਣਿਆ ਹੋਇਆ ਪਨੀਰ ਦਾ ਇੱਕ ਬਹੁਤ ਵੱਡਾ ਟੁਕੜਾ ਪਿਆ ਹੈ। ਮਦਰ ਕੱਟ ਫਾਰ ਹਰਸੈਲਫ ਅ ਪੀਸ ਆਫ ਚੀਜ਼। ਮਾਂ ਨੇ ਆਪਣੇ ਲਈ ਇੱਕ ਪਨੀਰ ਦਾ
ਟੁਕੜਾ ਕੱਟਿਆ ਐਂਡ ਸੈਡ ਇਟ ਵਾਜ਼ ਡਿਲੀਸ਼ੀਅਸ ਅਤੇ ਕਿਹਾ ਇਹ ਬਹੁਤ ਸਵਾਦ ਹੈ। ਮੇ ਆਈ ਪੁੱਟ ਸਮ ਔਨ ਮਾਈ ਲੋਫ ਕੀ ਮੈਂ ਆਪਣੀ ਡਬਲ ਰੋਟੀ 'ਤੇ ਕੁਝ ਲਗਾ ਸਕਦਾ ਹਾਂ। ਸੈਡ ਰਜਿੰਦਰ ਨੇ ਕਿਹਾ ਓ ਮਾਈ ਗੋਡ ਸੈਡ ਰਜਿੰਦਰ ਹੇ ਮੇਰੇ ਰੱਬਾ ਵਟ ਆ ਨਾਈਸ ਫਰੈਂਡਲੀ ਕ੍ਰੀਏਚਰ ਦ ਕਾਓ ਇਜ਼ ਗਾਂ ਇਹ ਕਿੰਨਾ ਦੋਸਤਾਨਾ ਪ੍ਰਾਣੀ ਹੈ। I will not hate it anymore ਹੁਣ ਮੈਂ ਇਸ ਨਾਲ ਹੋਰ ਨਫ਼ਰਤ ਨਹੀਂ ਕਰਾਂਗਾ ਔਰ be frightened of it ਅਤੇ ਨਾ ਹੀ ਇਸ ਤੋਂ ਡਰਾਂਗਾ। There is no reason to be said mother ਮਾਂ ਨੇ ਕਿਹਾ ਡਰਨ ਦਾ ਕੋਈ ਕਾਰਨ ਵੀ ਨਹੀਂ ਹੈ। I shall go and stand on the gate that leads to the cow fields ਮੈਂ ਹੁਣ ਉਸ ਗੇਟ ਦੇ ਕੋਲ ਜਾਵਾਂਗਾ ਜਿਹੜਾ ਗੇਟ ਖੇਤਾਂ ਵੱਲ ਜਾਂਦਾ ਹੈ ਜਿੱਥੋਂ ਗਾਵਾਂ ਜਾਂਦੀਆਂ ਹਨ ਐਂਡ ਸੇ ਥੈਂਕ ਯੂ ਟੂ ਦ ਕਾਊਜ਼ ਅਤੇ ਗਾਵਾਂ ਨੂੰ ਆਪਣਾ ਧੰਨਵਾਦ ਕਰਾਂਗਾ। ਸੈਡ ਰਜਿੰਦਰ ਨੇ ਕਿਹਾ ਆਈ ਡਿਡ ਨੋਟ ਨੋ ਦੇ ਵਰ ਸੋ ਕਾਈਂਡ ਮੈਨੂੰ ਨਹੀਂ ਪਤਾ ਸੀ ਕਿ ਉਹ ਇੰਨਾ ਦਿਆਲੂ ਹਨ। ਐਂਡ ਨਾਓ ਰਜਿੰਦਰ ਇਜ਼ ਨੋਟ ਅ ਬਿਟ ਆਫ ਅਫਰੇਡ ਆਫ ਕਾਊਜ਼ ਹੁਣ ਰਜਿੰਦਰ ਨੂੰ ਗਾਵਾਂ ਤੋਂ ਥੋੜ੍ਹਾ ਜਿਹਾ ਵੀ ਡਰ ਨਹੀਂ ਲੱਗਦਾ ਸੀ। ਐਂਡ ਹੀ ਲਾਈਕਸ ਦੈਮ ਵੈਰੀ ਮੱਚ ਅਤੇ ਹੁਣ ਉਸਨੂੰ ਉਹ ਗਾਵਾਂ ਬਹੁਤ ਪਸੰਦ ਹਨ। ਹੀ ਸੇਜ਼ ਦੇ ਆਰ ਹਿਜ਼ ਫਰੈਂਡਸ ਉਹ ਹੁਣ ਕਹਿੰਦਾ ਹੈ ਕਿ ਉਹ ਉਸਦੇ ਮਿੱਤਰ ਹਨ। ਵਟ ਡੂ ਯੂ ਸੇ ਤੁਸੀਂ ਕੀ ਕਹਿੰਦੇ ਹੋ ਪਿਆਰੇ ਬੱਚਿਓ। ਇਸ ਦੇ ਨਾਲ ਹੀ ਇਹ ਲੈਸਨ ਖਤਮ ਹੋਇਆ ਅਤੇ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਹ ਲੈਸਨ ਬੜੇ ਧਿਆਨ ਨਾਲ ਸੁਣਿਆ ਹੋਵੇਗਾ। ਫਿਰ ਮਿਲਾਂਗੇ ਰੱਬ ਰਾਖਾ।